ਰਾਜ ਕਹਿਣ ਲੱਗੇ ਨੇ ਪੀਰ ਜੀ ਜਵਾਬ ਤੁਹਾਡੇ ਤੀਜੇ ਸਵਾਲ ਦਾ ਵੀ ਦੇ ਦਿੰਦੇ ਆ। ਜਦੋਂ ਸਰੋਪਾਓ ਦੀ ਬਖਸ਼ਿਸ਼ ਹੋ ਜਾਏ ਸੰਕੇਤ ਹੁੰਦਾ ਹੈ ਕਿ ਸਮਾਂ ਬਹੁਤ ਨੇੜੇ ਚਲਾ ਗਿਆ। 5-7 ਮਿੰਟਾਂ ਵਿੱਚ ਸਮੇਤ ਕਵਿਤਾ ਦੀ ਗੱਲ ਨੂੰ ਮੁਕਾਉਣ ਲੱਗਾ, ਕਿਉਂਕਿ ਇੰਡੀਕੇਸ਼ਨ ਹੁੰਦੀ ਹੈ ਸਰੋਪਾਓ ਦੀ ਬਖਸ਼ਿਸ਼ ਹੋ ਜਾਣੀ। ਪਰ ਆਓ ਤਵੱਜੋ ਦੇਣੀ, ਮੈਂ ਆਖਰੀ ਸਵਾਲ ਦਾ ਜਵਾਬ ਪੀਰ ਦਸਤਗੀਰ ਨੇ ਆਖਿਆ ਸੀ ਰੱਬ ਕੀ ਕਰਦਾ। ਪੀਰ ਦਸਤਗੀਰ ਨੇ ਆਖਿਆ ਸੀ ਕਿ ਰੱਬ ਕੀ ਕਰਦਾ ਹੈ, ਰੱਬ ਦਾ ਕੰਮ ਕੀ ਹੈ। ਕੀ ਸਾਰੇ ਕੰਮ ਬੰਦਾ ਕਰਦਾ ਹੈ ਜਾਂ ਰੱਬ ਵੀ ਕਰਦਾ ਹੈ? ਆਓ ਆਪਣੇ ਤੇ ਟੁਕਾ ਕੇ ਇਸ ਗੱਲ ਨੂੰ ਵੇਖੋ। ਕੀ ਕਦੇ ਅਸੀਂ ਗੱਲ ਮੰਨੀਏ ਵੀ ਇਹ ਕੰਮ ਰੱਬ ਨੇ ਕਰ ਦਿੱਤਾ ਹੈ? ਇਹ ਮਨੁੱਖੀ ਮਨ ਦੀ ਬੜੀ ਕਮਜ਼ੋਰੀ ਹੈ। ਜਿੰਨੇ ਚੰਗੇ ਕੰਮ ਉਹ ਤੇ ਕਹਿੰਦਾ ਬੰਦਾ ਵੀ ਮੈਂ ਕੀਤਾ, ਚੰਗੇ ਕੰਮ ਨੂੰ ਕੋਈ ਨਹੀਂ ਕਹਿੰਦਾ ਰੱਬ ਨੇ ਕੀਤਾ। ਕੋਈ ਚੰਗਾ ਕੰਮ ਹੋ ਜਾਏ, ਤਰੱਕੀ ਹੋ ਜਾਏ, ਹਰ ਬੰਦਾ ਕਹਿੰਦਾ ਕਿ ਮੈਂ ਕੀਤਾ, ਪਰ ਜਿਹੜੇ ਮਾੜੇ ਹੋ ਜਾਣ ਉਹ ਸਾਰੇ ਰੱਬ ਦੇ ਨਾਲ ਲਾ ਦਿੱਤੇ ਜਾਂਦੇ। ਮਾੜੇ ਕੰਮ ਦੀ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ ਕਿ ਮੈਂ ਕੀਤਾ, ਚੰਗੇ ਕੰਮ ਨੂੰ ਹਰੇਕ ਕਹਿੰਦਾ ਕਿ ਮੈਂ ਕੀਤਾ। ਮੇਰਾ ਸਵਾਲ ਜਿਹੜਾ ਅੰਤਮ ਕਵਿਤਾ ਵਿੱਚ ਮੈਂ ਆਪ ਜੀ ਨਾਲ ਸਾਂਝਾ ਕਰਨਾ ਹੈ, ਮਹਿਤਾ ਸਾਹਿਬ ਜ਼ਿਕਰ ਕਰਦੇ ਨੇ ਕਿ ਬਾਅਦ ਥੋੜੇ ਸਮੇਂ ਤੋਂ ਬਾਅਦ ਜਿਨ੍ਹਾਂ ਨੂੰ ਤੁਸੀਂ ਉਡੀਕ ਰਹੇ ਹੋ ਗਿਆਨੀ ਤਰਸੇਮ ਸਿੰਘ ਜੀ ਮੋਰਾਂ ਵਾਲੀ ਸਾਹਿਬ, ਉਹਨਾਂ ਨੇ ਪਹੁੰਚ ਜਾਣਾ। ਬਸ ਜਿਉਂ ਹੀ ਮੇਰੀ ਇਹ ਤੋਰੀ ਹੋਈ ਗੱਲ ਆਪਣੇ ਨਤੀਜੇ ਵੱਲ ਨੂੰ ਜਾ ਰਹੀ ਹੈ, ਹੁਕਮ ਹੋਇਆ ਕਿ ਮੈਂ 2-3 ਮਿੰਟ ਜੇ ਵੱਧ ਵੀ ਲੈ ਜਾਵਾਂ, ਕੁਝ ਇਹਦੇ ਵਿੱਚ ਇਤਰਾਜ਼ ਵਾਲੀ ਗੱਲ ਨਹੀਂ। ਤੁਸੀਂ ਪਿਆਰ ਦੇ ਰਹੇ ਹੋ, ਧੰਨਵਾਦ। ਮਾਇਆ ਮੇਰੇ ਕੋਲ ਸਮੇਤ ਨਾਮਾਂ ਦੇ ਪਹੁੰਚੀ ਹੈ, ਪਰ ਮੈਂ ਕਿਸੇ ਦਾ ਨਾਂ ਨਹੀਂ ਲੈ ਰਿਹਾ, ਮੈਨੂੰ ਖਿਮਾ ਕਰਿਓ। ਪਰ ਮੈਨੂੰ ਯਕੀਨ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਣੀ ਜਾਣ ਨੇ ਅੰਤਰਜਾਮੀ, ਇਹਨਾਂ ਨੂੰ ਪਤਾ ਹੈ ਕਿ ਕੌਣ ਕੀ ਕਰ ਰਿਹਾ। ਭਰੋਸਾ ਕਰਨ ਵਾਲੀ ਗੱਲ। ਆਪਣੇ ਧਿਆਨ ਨੂੰ ਇਸ ਥਾਂ ਤੇ ਕੇਂਦਰਿਤ ਰੱਖਿਓ। ਪੀਰ ਦਸਤਗੀਰ ਨੇ ਸਵਾਲ ਕੀਤਾ ਸੀ ਕਿ ਮੇਰੇ ਤੀਜੇ ਸਵਾਲ ਦਾ ਜਵਾਬ ਦੇ ਦੇ ਵੀ ਰੱਬ ਕੀ ਕਰਦਾ। ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਪੀਰ ਜੀ ਜਵਾਬ ਇਸ ਸਵਾਲ ਦਾ ਵੀ ਦੇ ਦਿੰਦੇ ਆ, ਕਿਉਂਕਿ ਹੁਣ ਪੀਰ ਦਸਤਗੀਰ ਦੇ ਮਨ ਵਿੱਚ ਨਫ਼ਰਤ ਦੀ ਥਾਂ ਤੇ ਪਿਆਰ ਪਨਪ ਪਿਆ। ਉਹਦੇ ਮਨ ਵਿੱਚ ਐਸਾ ਖਿਆਲ ਆਉਂਦਾ ਹੈ ਇਹ ਫਕੀਰ ਕੋਈ ਆਮ ਨਹੀਂ, ਇਹਦੇ ਜਵਾਬ, ਇਹਦੇ ਸ਼ਬਦਾਂ ਵਿੱਚ ਇੱਕ ਜਾਦੂ ਹੈ। ਜਿਹੜੇ ਸ਼ਬਦ ਇਸ ਫਕੀਰ ਨੇ ਬੋਲੇ ਨੇ ਉਹਨਾਂ ਨੇ ਸਿੱਧਾ ਮੇਰੇ ਦਿਲ ਉੱਤੇ ਅਸਰ ਕੀਤਾ, ਮੇਰੀ ਆਤਮਾ ਤੇ ਅਸਰ ਕੀਤਾ, ਮੇਰੀ ਆਤਮਾ ਨੂੰ ਗਿਆਨ ਦੀ ਚੁੱਭੀ ਲਵਾਈ। ਇਸ ਕਰਕੇ ਹੁਣ ਮਨ ਵਿੱਚੋਂ ਨਫ਼ਰਤ ਘਟਣ ਲੱਗ ਪਈ, ਪਿਆਰ ਵਧਣ ਲੱਗ ਪਿਆ, ਸਤਿਕਾਰ ਵਧਣ ਲੱਗ ਪਿਆ। ਲੇਕਿਨ ਸਬਰ ਦਾ ਪੈਮਾਨਾ ਭਰ ਗਿਆ। ਕਹਿਣ ਲੱਗਾ ਬਾਬਾ ਜਵਾਬ ਦੇ ਦੇ, ਰੱਬ ਕੀ ਕਰਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਪੀਰ ਜੀ ਜਵਾਬ ਦੇ ਦਿੰਦੇ ਆ, ਪਰ ਸਾਡੀ ਗੱਲ ਮੰਨਣੀ ਪਏਗੀ। ਕਹਿਣ ਲੱਗਾ ਕੀ ਦੱਸੋ? ਕਹਿਣ ਲੱਗੇ ਨੇ ਜਿਹੜੇ ਤਖਤ ਤੇ ਤੁਸੀਂ ਬੈਠੇ ਹੋ ਨਾ, ਧਿਆਨ ਦੇਣਾ ਹੁਣ ਮੇਰੀ ਗੱਲ ਵੱਲ, ਕਿਉਂਕਿ ਪੀਰ ਦਸਤਗੀਰ ਉੱਚੇ ਤਖਤ ਤੇ ਬੈਠਾ ਹੈ ਤੇ ਗੁਰੂ ਬਾਬਾ ਉਹਦੇ ਚਰਨਾਂ ਵਿੱਚ ਨੀਵੇਂ ਥਾਂ ਤੇ। ਮੈਂ ਪਹਿਲਾਂ ਵੀ ਇਹ ਬਚਨ ਕਰਕੇ ਆ ਕਿ ਜਿੱਦਾਂ ਕਿਸੇ ਦਾ ਅਹੁਦਾ ਵੱਡਾ ਹੋਵੇਗਾ ਉਹਨਾਂ ਉਹਦੇ ਬੈਠਣ ਦੀ ਥਾਂ ਉੱਚੀ ਹੋਵੇ। ਫਿਰ ਮੇਰੇ ਕੋਲ ਸੂਚਨਾ ਪਹੁੰਚੀ ਹੈ ਕਿ 5 ਪਿਆਰੇ ਸਬਾਨ ਗੁਰਮਤਿ ਦੀ ਪਰੰਪਰਾ ਮੁਤਾਬਕ ਜਿਨ੍ਹਾਂ ਨੇ ਖੰਡੇ ਬਾਟੇ ਦੇ ਅੰਮ੍ਰਿਤ ਨੂੰ ਤਿਆਰ ਕਰਕੇ ਅਵਲਾਖੀ ਸੱਜਣਾ ਨੂੰ ਛਕਾਉਣਾ ਹੈ, ਅੰਮ੍ਰਿਤਪਾਨ ਕਰਾਉਣਾ ਹੈ, ਉਹ 5 ਪਿਆਰੇ ਸਬਾਨ ਅਸਥਾਨ ਤੇ ਪਹੁੰਚ ਗਏ ਨੇ। ਅੰਮ੍ਰਿਤ ਬਲਾਕਿਆਂ ਨੂੰ ਇੱਕ ਵਾਰੀ ਫਿਰ ਬੇਨਤੀ ਹੈ ਕਿ ਜ਼ਰੂਰ ਉਸ ਥਾਂ ਤੇ ਪਹੁੰਚੋ ਜਿੱਥੇ ਅੰਮ੍ਰਿਤ ਛਕਾਇਆ ਜਾ ਰਿਹਾ ਹੈ। ਮਨ ਬਣਾਓ, ਗੁਰੂ ਰਹਿਮਤ ਕਰੇ ਸਾਡਾ ਮਨ ਗੁਰੂ ਦੇ ਚਰਨਾਂ ਨਾਲ ਜੁੜ ਜਾਏ, ਅਸੀਂ ਅੰਮ੍ਰਿਤਧਾਰੀ ਹੋ ਜਾਈਏ, ਅੰਮ੍ਰਿਤ ਬਲਾਖੀ ਬਣ ਕੇ ਅੰਮ੍ਰਿਤਧਾਰੀ ਹੋ ਜਾਈਏ। ਗੱਲ ਬਹੁਤ ਸ਼ਾਬੀ ਨਾ ਹੋ ਜਾਏ, ਬੇਨਤੀ ਸਵੀਕਾਰ ਕਰਨੀ, ਕਿਉਂਕਿ ਜਿਹੜੀ ਗੱਲ ਤੋਰੀ ਹੋਵੇ ਜੇ ਪੂਰੀ ਨਾ ਹੋਵੇ ਤੇ ਉਹਦੇ ਵਿੱਚੋਂ ਆਨੰਦ ਹੈ ਜਿਹੜਾ ਉਹ ਘਟਣਾ ਸ਼ੁਰੂ ਹੋ ਜਾਂਦਾ ਹੈ। ਪੀਰ ਦਸਤਗੀਰ ਉੱਚੇ ਥਾਂ ਤੇ ਬੈਠਾ ਹੈ, ਜਿਹਦਾ ਅਹੁਦਾ ਉੱਚਾ ਹੁੰਦਾ, ਉੱਚਾ ਥਾਂ ਹੁੰਦਾ ਬੈਠਣ ਨੂੰ। ਕਲਾਸ ਵਿੱਚ ਆਪਾਂ ਸਕੂਲਾਂ ਵਿੱਚ ਪੜ੍ਹਦੇ ਰਹੇ, ਟੀਚਰ ਕੁਰਸੀ ਤੇ ਬੈਠਾ ਹੁੰਦਾ ਸੀ, ਅਸੀਂ ਤੱਪੜਾਂ ਤੇ ਬੈਠੇ ਸੀ, ਕਿਉਂਕਿ ਨੀਵੇਂ ਸੀ, ਬੱਚੇ ਸੀ, ਵਿਦਿਆਰਥੀ। ਜੱਜ ਉੱਚੇ ਥਾਂ ਤੇ ਹੁੰਦਾ, ਬਾਕੀ ਲੋਕ ਨੀਵੇਂ ਥਾਂ ਤੇ ਖੜੇ ਹੁੰਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਚੇ ਥਾਂ ਤੇ ਪ੍ਰਕਾਸ਼ ਚੰਦੋਆ ਸਾਹਿਬ, ਚੌਰ ਚਬਰ ਛਤਰ ਤਖਤ ਦੇ ਮਾਲਕ, ਅਸੀਂ ਸੰਗਤ, ਦਰਜਾ ਬਹੁਤ ਵੱਡਾ, ਲੇਕਿਨ ਚਰਨਾਂ ਵਿੱਚ ਬੈਠੇ ਮਹਾਰਾਜ ਦੇ। ਪੀਰ ਦਸਤਗੀਰ ਉੱਚੇ ਥਾਂ ਤੇ ਸਭਾਇਮਾਨ ਹੈ ਤੇ ਗੁਰੂ ਬਾਬੇ ਨੂੰ ਕਹਿੰਦਾ ਮੇਰੇ ਤੀਜੇ ਸਵਾਲ ਦਾ ਜਵਾਬ ਦੇ ਦੇ। ਤੇ ਗੁਰੂ ਬਾਬਾ ਕਹਿਣ ਲੱਗਾ ਪੀਰ ਜੀ ਜਵਾਬ ਦੇ ਦਿੰਦੇ ਆ, ਲੇਕਿਨ ਤੁਹਾਨੂੰ ਇਹ ਤਖਤ ਛੱਡਣਾ ਪਏਗਾ ਜਿੱਥੇ ਤੁਸੀਂ ਬੈਠੇ ਹੋ ਨਾ, ਇਹ ਛੱਡਣਾ ਪਏਗਾ। ਤੁਹਾਨੂੰ ਇੱਥੇ ਖੜਨਾ ਪਏਗਾ ਜਿੱਥੇ ਅਸੀਂ ਖੜੇ ਹਾਂ, ਤੇ ਅਸੀਂ ਤੁਹਾਡੇ ਤਖਤ ਤੇ ਬੈਠ ਕੇ ਜਵਾਬ ਦੇਵਾਂਗੇ। ਹੁਣ ਕੁਰਸੀ ਕੌਣ ਛੱਡਣੀ ਚਾਹੁੰਦਾ? ਤੁਸੀਂ ਇੱਥੇ ਆ ਜਾਓ ਜਿੱਥੇ ਅਸੀਂ ਖੜੇ ਹਾਂ, ਅਸੀਂ ਤੁਹਾਡੇ ਤਖਤ ਤੇ ਬੈਠ ਜਾਵਾਂਗੇ, ਜਵਾਬ ਦੇ ਦਿੱਤਾ ਜਾਏਗਾ ਕਿ ਰੱਬ ਕੀ ਕਰਦਾ ਹੈ। ਪੀਰ ਦਸਤਗੀਰ ਦੀ ਆਤਮਾ ਕੰਬ ਗਈ। ਉਹਨੇ ਆਖਿਆ ਮੇਰੇ ਚੇਲੇ, ਮਨ ਵਿੱਚ ਕਹਿੰਦਾ ਮੇਰੇ ਚੇਲੇ ਮਰੀਦ ਕੀ ਕਹਿਣਗੇ ਕਿ ਆਹ ਉਪਰਾ ਫਕੀਰ ਜਿਹੜਾ ਆਇਆ ਜਿਹਨੂੰ ਮੌਤ ਦੇ ਘਾਟ ਉਤਾਰਨਾ ਸੀ, ਤਖਤ ਤੇ ਬੈਠ ਗਿਆ ਹੈ ਤੇ ਪੀਰ ਦਸਤਗੀਰ ਉਹਦੇ ਚਰਨਾਂ ਵਿੱਚ ਨੀਵੇਂ ਥਾਂ ਤੇ ਆ ਗਿਆ।
जिस धरती ते बगदाद की धरती ते मेरी जय जयकार है मेरी तौहीन हो जाएगी। पीर दसगीर कहने लगा नहीं बाबा इत्थे खलो के जवाब दे। महाराज कहते पीर जी जे जवाब लेना तो तखत छड्डना पेगा। तखत कोई भी नहीं छड्डना चाहता। महाराज ने वचन किया गुरु नानक देव महाराज कहते पीर जी कि ये तखत तो उतर नाल तुहाडे धर्म की बेअदबी होंदी है, इस्लाम की तौहीन होंदी है। वचन तुहाडा साडा इह सी कि मेरे धर्म की बेअदबी नहीं होनी चाहिए। जे तुसी तखत तो उतर के थले उतर जाओगे, इत्थे आके खड़ जाओगे जिथे असीं खलोते हैं, तुहाडे धर्म की बेअदबी हो जाएगी। कहने लगा नहीं। महाराज कहते फिर जे जवाब लेना है तो आ जाओ, तखत छड़ दो, थले खलो जाओ। क्योंकि पीर दसगीर के मन में ढुंभ लिया गुरु बाबे के प्रचार का तरीका। गुरु नानक देव महाराज जिथे भी गए ने विरोधी विचारों में, लेकिन जो वचन किए सब दुनिया को अपनी बना लिया। क्योंकि गुरु बाबे के प्रचार में एक तत्त सी, सच सी, अंदर आत्मा में सच। हुण पीर दसगीर क्योंकि अंदरों प्रभावित हो गया। उन्हें आख्या मना मनुखा जन्म है, खुदा ने तेनू बख्शिश किया, इसका लाहा ले ला, पता लग जाए। फैसला कर लिया मन में कि मैं तखत तो उतर जावां। पीर दसगीर तखत तो उतर गया। हुण उत्थे जा खलोता जिथे गुरु नानक देव महाराज खलोते ने, जिन्होंने दोषी बना के सद्या सी। ते गुरु बाबे नूं कहंदा बाबा बैठ जाओ तखत ते, पर मेरे सवाल का जवाब दे। ये गुरु नानक देव महाराज का करनी नाम है। तो एक बारी सारी संगत गुरु नानक देव महाराज जी की महान कमाई का ध्यान करके गज के आखो सतनाम श्री वाहिगुरू। गुरु बाबे के प्रचार का तरीका। पीर दसगीर कहंदा बाबा बैठ जाओ तखत उत्ते। गुरु नानक देव महाराज तखत उत्ते बैठ गए। बगदाद की धरती, इराक का देश। महाराज तखत ते बैठ गए। पीर दसगीर महाराज चरणों में खलो के कहंदा बाबा हुण नहीं सबर, हुण दस दे भी रब की, दस दे भी रब का काम की है, रब की करदा है। गुरु नानक देव महाराज कहंदे पीर जी रब बस आही काम करदा। जेड़े तख्तां ते बैठे हुंदे ने उन्हां नूं भुंजे ला दिंदा है, ते जेड़े पैरां विच रुलदे हुंदे ने उन्हां नूं तख्तां ते बिठा दिंदा है। गुरु ग्रंथ ਸਾਹਿਬ महाराज दी बाणी इहदा निर्णय करदी है। महाराज कहंदे ने भेखारी ते राज करावै राजा ते बेखारी। गुरु नानक देव महाराज कहते पीर जी रब के रंगां का कोई भेद नहीं पा सकता। की करता है? हाँ रब नूं माणिया जा सकता है, रब नूं जाणिया नहीं जा सकता। गुरु नानक देव महाराज पीर दसगीर नूं उहदे सवालों का जवाब दे के निर्णय किवें कर लगे ने। मेरे समय की आखिरी कविता तरलोचन सिंह पमंदी का ढाडी जत्था, भाई हरदीप सिंह खैरा गिदड़विंडी, भाई बूटा सिंह भाई रूपा अते सरंगी मास्टर भाई सतनाम सिंह लाली बीला आप दे सामने इउं कहण लगे। रब दियां रंगां नूं कोई नहीं जानदा, रब दियां रंगां नूं कोई नहीं जानदा, रब दियां रंगां नूं कोई नहीं जानदा। ये बचन करदियां खुशी महसूस करदा हां कि जिथे बाबा बुੱਟ ਸਿੰਘ जी निक्के घुमना वाले, बाबा सरवण सिंह साहब जी मलकपुर वाले, बाबा सुखविंदर सिंह साहब जी मलकपुर वाले, जिन्हां वल्लों एक गुरमत कारज महापुरख संत बाबा हजारा सिंह जी निक्के घुमना वाले अते संत बापू संपूर्ण सिंह जी मलकपुर वालियां दी याद विच करवाया जा रहा है। जिथे आप संतां हजारां दी तादाद विच पहुंचे हो, जिन्हां दी गिनती लखां विच पहुंच जानी है, उत्थे समागम विच मेरी कौम दीयां मैं नाज हस्तियां जिन्हां विचों दमदमी टकसाल दे मुखी संत बाबा हरनाम सिंह जी खालसा भिंडरां वाले पहुंचे। मैं समुचियां संतां वल्लों ते महापुरखां वल्लों संत बाबा हरनाम सिंह जी खालसा भिंडरां वालियां नूं बहुत बहुत जिਉਂ आया कहंदा हां, स्वागत करदा हां। बड़े औखे हालातां विच दमदमी टकसाल दी जिहड़ी जिम्मेवारी है बड़े औखे हालातां विच बाबा जी दे हिस्से विच आई। किन्नियां कौकरां बाबा जी नूं बर्दाश्त करनियां पईयां, थां थां ते की कुछ होया, पर बड़ी निमरता दे नाल संत बाबा हरनाम सिंह जी खालसा भिंडरां वाले इस सेवावां निभा रहे ने। ਉਹ पहुंचे ने उन्हां दे नाल बाबा चरणजीत सिंह जी जसोवाल, बाबा स्वर्णजीत सिंह जी
ਉਹ ਵੀ ਪਹੁੰਚੇ ਨੇ ਨਿਹੰਗ ਸਿੰਘ ਸੰਪਰਦਾ ਵਿੱਚੋਂ। ਮੈਂ ਉਹਨਾਂ ਨੂੰ ਵੀ ਬਹੁਤ ਬਹੁਤ ਜੀਓ ਆਇਆ ਕਹਿੰਦਾ ਹਾਂ, ਬਹੁਤ ਬਹੁਤ ਧੰਨਵਾਦ। ਤੇ ਆਓ ਮੈਂ ਜਿਹੜੀ ਗੱਲ ਆਪ ਜੀ ਨਾਲ ਸਾਂਝੀ ਕਰ ਰਿਹਾ ਸੀ ਗੌਰ ਨਾਲ ਸੁਣਨਾ, ਕਿਉਂਕਿ ਮਹਾਂਪੁਰਖਾਂ ਨੂੰ ਜੀਓ ਆਇਆ ਕਹਿਣਾ ਮੈਂ ਆਪਣਾ ਫਰਜ਼ ਸਮਝਦਾ ਹਾਂ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸਵਾਗਤ ਹੈ ਮਹਾਂਪੁਰਖਾਂ ਵੱਲੋਂ, ਬਾਬਾ ਬੁੱਢ ਸਿੰਘ ਜੀ ਹੋਰਾਂ ਵੱਲੋਂ, ਬਾਬਾ ਸਰਵਣ ਸਿੰਘ ਜੀ ਹੋਰਾਂ ਵੱਲੋਂ ਅਤੇ ਬਾਬਾ ਸੁਖਵਿੰਦਰ ਸਿੰਘ ਜੀ ਹੋਰਾਂ ਵੱਲੋਂ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਜੀਓ ਆਇਆ। ਗੁਰੂ ਨਾਨਕ ਦੇਵ ਮਹਾਰਾਜ ਪੀਰ ਦਸਤਗੀਰ ਦਾ ਭਰਮ ਜਿਵੇਂ ਨਿਮਰਤ ਕਰਦੇ ਨੇ, ਕਿਹੜੇ ਬਚਨ ਕਰਦੇ ਨੇ, ਕੁਝ ਕੁ ਲੈਣਾ ਤਰਲੋਚਨ ਸਿੰਘ ਮਦੀ ਦਾ ਢਾਡੀ ਜੱਟਾ ਤੁਹਾਡੇ ਸਾਹਮਣੇ ਇਉਂ ਕਹਿੰਦਾ। ਹੋ ਰੱਬ ਚਾਹੇ ਰਾਜ ਬਖਸ਼ੇ ਭਿਖਾਰੀ ਨੂੰ, ਰੱਬ ਚਾਹੇ ਰਾਜ ਬਖਸ਼ੇ ਭਿਖਾਰੀ ਨੂੰ, ਮੰਗਤਾ ਬਣਾ ਦੇਵੇ ਛਤਰ ਧਾਰੀ ਨੂੰ ਜੀ, ਮੰਗਤਾ ਬਣਾ ਦੇਵੇ ਛਤਰ ਧਾਰੀ ਨੂੰ। ਉਹ ਪਾਇਆ ਨੀ ਕਿਸੇ ਨੇ ਅੰਤ ਭਗਵਾਨ ਦਾ ਜੀ, ਅੰਤ ਭਗਵਾਨ ਦਾ, ਰੱਬ ਦੇ ਰੰਗਾਂ ਨੂੰ ਕੋਈ ਨਹੀਂ ਜਾਣਦਾ, ਰੱਬ ਦੇ ਰੰਗਾਂ ਨੂੰ ਕੋਈ ਨਹੀਂ ਜਾਣਦਾ। ਹੋ ਐਵੇਂ ਕਾਹਨੂੰ ਭੁੱਲਦੇ ਹੋ ਸੱਚ ਪੀਰ ਜੀ, ਐਵੇਂ ਕਾਹਨੂੰ ਭੁੱਲਦੇ ਹੋ ਸੱਚ ਪੀਰ ਜੀ, ਜ਼ਿੰਦਗੀ ਖਿਡਾਉਣਾ ਜਿਵੇਂ ਕੱਚ ਪੀਰ ਜੀ, ਜ਼ਿੰਦਗੀ ਖਿਡਾਉਣਾ ਜਿਵੇਂ ਕੱਚ ਪੀਰ ਜੀ। ਹੋ ਜਾਣਿਆ ਨਿਕਾ ਤੋਂ ਬਚਨ ਕੁਰਾਨ ਦਾ, ਜਾਣਿਆ ਨਿਕਾ ਤੋਂ ਬਚਨ ਕੁਰਾਨ ਦਾ, ਰੱਬ ਦੇ ਰੰਗਾਂ ਨੂੰ ਕੋਈ ਨਹੀਂ ਜਾਣਦਾ, ਰੱਬ ਦੇ ਰੰਗਾਂ ਨੂੰ ਕੋਈ ਨਹੀਂ ਜਾਣਦਾ। ਹੋ ਜੀ ਦੇ ਮਨ ਵਿੱਚ ਹਉਮੈ ਦਾ ਗਰੂਰ ਹੈ, ਜੀ ਦੇ ਮਨ ਵਿੱਚ ਹਉਮੈ ਦਾ ਗਰੂਰ ਹੈ, ਰੱਬ ਉਹਨਾਂ ਕੋਲੋਂ ਜਾਣੀ ਕੋਹਾਂ ਦੂਰ ਹੈ ਜੀ, ਰੱਬ ਉਹਨਾਂ ਕੋਲੋਂ ਜਾਣੀ ਕੋਹਾਂ ਦੂਰ ਹੈ। ਬਣਦਾ ਸਹਾਰਾ, ਬਣਦਾ ਸਹਾਰਾ ਰੱਬ ਨਿਰਮਾਣ ਦਾ, ਰੱਬ ਦੇ ਰੰਗਾਂ ਨੂੰ ਕੋਈ ਨਹੀਂ ਜਾਣਦਾ, ਰੱਬ ਦੇ ਰੰਗਾਂ ਨੂੰ ਕੋਈ ਨਹੀਂ ਜਾਣਦਾ। ਉਹ ਹੰਕਾਰ ਪੀਰ ਦਾ ਗੁਰਾਂ ਨੇ ਤੋੜਿਆ, ਗੁਰਾਂ ਨੇ ਤੋੜਿਆ, ਝੂਠ ਨਾਲ ਤੋੜ ਸੱਚ ਨਾਲ ਜੋੜਿਆ ਜੀ, ਝੂਠ ਨਾਲ ਤੋੜ ਸੱਚ ਨਾਲ ਜੋੜਿਆ। ਝਾੜ ਤਪ ਮੱਤੀ ਸੂਰਜ ਗਿਆਨ ਦਾ, ਝਾੜ ਤਪ ਮੱਤੀ ਸੂਰਜ ਗਿਆਨ ਦਾ, ਰੱਬ ਦੇ ਰੰਗਾਂ ਨੂੰ ਕੋਈ ਨਹੀਂ ਜਾਣਦਾ, ਰੱਬ ਦੇ ਰੰਗਾਂ ਨੂੰ ਕੋਈ ਨਹੀਂ ਜਾਣਦਾ, ਰੱਬ ਦੇ ਰੰਗਾਂ ਨੂੰ ਕੋਈ ਨਹੀਂ ਜਾਣਦਾ। ਹੋ ਗੁਰੂ ਨਾਨਕ ਦੇਵ ਮਹਾਰਾਜ ਨੇ ਸੱਚ ਦੇ ਬਚਨ ਕਰਕੇ ਪੀਰ ਦਸਤਗੀਰ ਦਾ ਹੰਕਾਰ ਤੋੜ ਦਿੱਤਾ ਤੇ ਪੀਰ ਦਸਤਗੀਰ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦਾ ਪਾਸ਼ਕ ਬਣ ਗਿਆ। ਉਹ ਜਿਹੜੇ ਖੂਹ ਦਾ ਮੈਂ ਜ਼ਿਕਰ ਕੀਤਾ, ਫਿਰ ਗੁਰੂ ਬਾਬੇ ਦੇ ਚਰਨਾਂ ਤੇ ਮਸਤਕ ਰੱਖ ਕੇ ਆਖਿਆ ਸੀ, ਬਾਬਾ ਇੱਥੇ ਖੁਦਾ ਹੈ, ਅਸੀਂ ਆਉਣ ਵਾਲੇ ਲੋਕਾਂ ਨੂੰ ਕੀ ਦੱਸਾਂਗੇ। ਫਿਰ ਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ ਕਰਕੇ ਉਹ ਖੂਹ ਲਵਾਇਆ, ਜਿਹਦਾ ਪਾਣੀ ਅੱਜ ਵੀ ਮਿੱਠਾ ਹੈ। ਇੱਕ ਵਾਰੀ ਸਾਰੀ ਸੰਗਤ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮਹਾਨ ਕਮਾਈ ਦਾ ਧਿਆਨ ਕਰਕੇ ਗੱਜ ਕੇ ਆਖੋ, ਸਤਨਾਮ ਸ਼੍ਰੀ ਵਾਹਿਗੁਰੂ। ਮਹਾਂਪੁਰਖ ਸਨ ਬਾਬਾ